आओ बच्चों संतुलित ਅਤੇ असंतुलित बल बारे जानिए। इस दे लई एक गुब्बारा लो, उस ਨੂੰ ਦੋਵਾਂ ਪਾਸਿਆਂ ਤੋਂ ਧਾਗੇ ਨਾਲ ਬੰਨੋ। इस गुब्बारे ਨੂੰ एक मुलायम सतह उत्ते रखो ताकि रगड़ बल घट होवे। हुण असीं बल लगाउण ਤੋਂ ਬਾਅਦ गुब्बारे ਦੀ गति ਅਤੇ आकार ਵਿੱਚ आए परिवर्तन बारे जाणांगे। ਪਹਿਲਾਂ ਧਾਗੇ ਨੂੰ ਖੱਬੇ ਪਾਸੇ ਖਿੱਚੋ, ਫਿਰ ਇਸ ਨੂੰ ਸੱਜੇ ਪਾਸੇ ਖਿੱਚੋ, ਫਿਰ ਦੋਨਾਂ ਪਾਸਿਆਂ ਤੋਂ ਬਰਾਬਰ ਜ਼ੋਰ ਲਗਾ ਕੇ ਖਿੱਚੋ। ਬੱਚਿਓ, ਤੁਸੀਂ ਵੇਖੋਗੇ ਕਿ ਪਹਿਲੀ ਸਥਿਤੀ ਵਿੱਚ ਗੁਬਾਰਾ ਖੱਬੇ ਪਾਸਿਓਂ ਖਿੱਚਣ ਤੇ ਖੱਬੇ ਪਾਸੇ ਵੱਲ ਨੂੰ ਗਤੀ ਕਰਦਾ ਹੈ। ਦੂਸਰੀ ਸਥਿਤੀ ਵਿੱਚ ਸੱਜੇ ਪਾਸੇ ਤੋਂ ਖਿੱਚਣ ਤੇ ਸੱਜੇ ਪਾਸੇ ਵੱਲ ਗਤੀ ਕਰਦਾ ਹੈ, ਪਰੰਤੂ ਤੀਸਰੀ ਸਥਿਤੀ ਵਿੱਚ ਦੋਨਾਂ ਪਾਸਿਆਂ ਤੋਂ ਖਿੱਚਣ ਤੇ ਗੁਬਾਰਾ ਗਤੀ ਨਹੀਂ ਕਰਦਾ। ਸਿਰਫ ਇਸ ਦੇ ਆਕਾਰ ਵਿੱਚ ਪਰਿਵਰਤਨ ਹੁੰਦਾ ਹੈ। ਪਹਿਲੀ ਅਤੇ ਦੂਸਰੀ ਸਥਿਤੀ ਵਿੱਚ ਸਿਰਫ ਇੱਕ ਪਾਸਿਓਂ ਬਲ ਲਗਾਉਣ ਤੇ ਅਸੰਤੁਲਿਤ ਬਲ ਲੱਗਦਾ ਹੈ ਅਤੇ ਵਸਤੂ ਗਤੀ ਕਰਦੀ ਹੈ। ਇਸ ਦਾ ਭਾਵ ਹੈ ਕਿ ਕਿਸੇ ਵਸਤੂ ਨੂੰ ਆਰਾਮ ਦੀ ਅਵਸਥਾ ਤੋਂ ਗਤੀ ਦੀ ਅਵਸਥਾ ਵਿੱਚ ਲਿਆਉਣ ਲਈ ਅਸੰਤੁਲਿਤ ਬਲ ਦੀ ਲੋੜ ਹੁੰਦੀ ਹੈ। ਤੀਸਰੀ ਅਵਸਥਾ ਵਿੱਚ ਬਲ ਦੋਨਾਂ ਪਾਸਿਆਂ ਤੋਂ ਲਗਾਇਆ ਗਿਆ, ਪਰ ਬਲਾਂ ਨੇ ਇੱਕ ਦੂਜੇ ਦੇ ਪ੍ਰਭਾਵ ਨੂੰ ਖਤਮ ਕਰ ਦਿੱਤਾ, ਕਿਉਂਕਿ ਇਹ ਦੋਨੋਂ ਬਲ ਇੱਕ ਦੂਸਰੇ ਦੇ ਬਰਾਬਰ ਅਤੇ ਉਲਟ ਦਿਸ਼ਾ ਵਿੱਚ ਸਨ। ਇਹਨਾਂ ਦੋਨਾਂ ਨੇ ਇੱਕ ਦੂਸਰੇ ਨੂੰ ਸੰਤੁਲਿਤ ਕਰ ਦਿੱਤਾ। ਇਸ ਲਈ ਬੱਚਿਓ, ਉਹ ਬਲ ਜਿਹੜੇ ਕਿਸੇ ਵਸਤੂ ਦੀ ਅਵਸਥਾ ਵਿੱਚ ਕੋਈ ਪਰਿਵਰਤਨ ਨਹੀਂ ਲਿਆਉਂਦੇ, ਉਹਨਾਂ ਦਾ ਪ੍ਰਭਾਵ ਸਿਰਫ ਵਸਤੂ ਦੇ ਆਕਾਰ ਉੱਤੇ ਪੈਂਦਾ ਹੈ, ਸੰਤੁਲਿਤ ਬਲ ਅਖਵਾਉਂਦੇ ਹਨ, ਜਿਵੇਂ ਕਿ ਗੁਬਾਰੇ ਦੀ ਤੀਸਰੀ ਸਥਿਤੀ ਵਿੱਚ ਹੋਇਆ। ਆਓ ਬੱਚਿਓ, ਹੁਣ ਦੇਖੀਏ ਕਿ ਪ੍ਰਸਿੱਧ ਸਾਇੰਟਿਸਟ ਗੈਲੀਲੀਓ ਨੇ ਸਾਨੂੰ ਸੰਤੁਲਿਤ ਅਤੇ ਅਸੰਤੁਲਿਤ ਬਲਾਂ ਬਾਰੇ ਕਿਵੇਂ ਸਮਝਾਇਆ। ਗੈਲੀਲੀਓ ਮੁਤਾਬਿਕ ਜਦੋਂ ਕੋਈ ਵਸਤੂ ਇੱਕ ਸਮਾਨ ਚਾਲ ਵਿੱਚ ਗਤੀ ਕਰਦੀ ਹੈ ਅਤੇ ਉਸ ਉੱਪਰ ਕੋਈ ਬਲ ਨਹੀਂ ਲੱਗਦਾ, ਤਾਂ ਉਹ ਵਸਤੂ ਰਗੜ ਰਹਿਤ ਸਤਹ ਉੱਤੇ ਹਮੇਸ਼ਾ ਚੱਲਦੀ ਰਹੇਗੀ। ਆਓ ਇਸ ਨੂੰ ਵਿਸਥਾਰ ਨਾਲ ਜਾਣੀਏ। ਦੋ ਠੋਸ ਮੁਲਾਇਮ ਲੱਕੜ ਦੇ ਟੁਕੜੇ ਲਓ, ਉਹਨਾਂ ਨਾਲ ਇੱਕ ਸਮਾਨ ਢਾਲਵੇਂ ਕੋਣ ਤੇ ਢਾਲੂ ਤਲ ਬਣਾਓ। ਇਹ ਦੋਨੋਂ ਤਲ ਰਗੜ ਰਹਿਤ ਹੋਣੇ ਚਾਹੀਦੇ ਹਨ। ਹੁਣ ਇੱਕ ਕੱਚ ਦੀ ਗੋਲੀ ਨੂੰ ਖੱਬੇ ਪਾਸੇ ਦੇ ਢਲਾਣ ਤੋਂ ਛੱਡੋ। ਇਹ ਗੋਲੀ ਢਲਾਣ ਤੇ ਥੱਲੇ ਵੱਲ ਨੂੰ ਲੁੜਕੇਗੀ ਅਤੇ ਸੱਜੇ ਪਾਸੇ ਢਾਲੂ ਤਲ ਤੇ ਇੰਨੀ ਹੀ ਉਚਾਈ ਤੇ ਚੜ੍ਹੇਗੀ ਜਿੰਨੀ ਉਚਾਈ ਤੋਂ ਇਸ ਨੂੰ ਛੱਡਿਆ ਗਿਆ ਹੈ। ਜੇਕਰ ਦੋਨਾਂ ਪਾਸਿਆਂ ਦੇ ਢਾਲੂ ਤਲ ਦੀ ਝੁਕਾਨ ਬਰਾਬਰ ਹੈ ਤਾਂ ਗੋਲੀ ਓਨੀ ਹੀ ਦੂਰ ਤੱਕ ਚੜ੍ਹੇਗੀ ਜਿੰਨੀ ਦੂਰੀ ਤੋਂ ਉਹ ਦੂਸਰੇ ਤਲ ਤੋਂ ਲੁੜਕੀ ਸੀ। ਹੁਣ ਸੱਜੇ ਪਾਸੇ ਵਾਲੇ ਢਾਲੂ ਤਲ ਦੇ ਕੋਣ ਨੂੰ ਘਟਾਓ। ਅਸੀਂ ਦੇਖਾਂਗੇ ਕਿ ਗੋਲੀ ਨੂੰ ਅਸਲ ਉਚਾਈ ਪ੍ਰਾਪਤ ਕਰਨ ਲਈ ਜ਼ਿਆਦਾ ਦੂਰੀ ਤੈਅ ਕਰਨੀ ਪਏਗੀ। ਜੇਕਰ ਸੱਜੇ ਪਾਸੇ ਵਾਲੇ ਢਾਲੂ ਤਲ ਨੂੰ ਸਮਤਲ ਕਰ ਦਈਏ, ਭਾਵ ਢਲਾਣ 0 ਹੋ ਜਾਵੇ, ਤਾਂ ਕੱਚ ਦੀ ਗੋਲੀ ਨੂੰ ਹਮੇਸ਼ਾ ਲਈ ਗਤੀ ਵਿੱਚ ਰਹਿਣਾ ਪਏਗਾ ਤਾਂ ਕਿ ਉਹ ਉਸ ਉਚਾਈ ਤੱਕ ਪਹੁੰਚ ਜਾਵੇ ਜਿਸ ਤੋਂ ਉਸ ਨੂੰ ਛੱਡਿਆ ਗਿਆ ਸੀ। ਇਸ ਹਾਲਤ ਵਿੱਚ ਕੱਚ ਦੀ ਗੋਲੀ ਤੇ ਲੱਗ ਰਹੇ ਅਸੰਤੁਲਿਤ ਬਲ 0 ਹਨ। ਇਸ ਕਿਰਿਆ ਤੋਂ ਅਸੀਂ ਇਹ ਸਿੱਟਾ ਕੱਢਦੇ ਹਾਂ ਕਿ ਕਿਸੇ ਵਸਤੂ ਦੀ ਗਤੀ ਨੂੰ ਬਦਲਣ ਲਈ ਬਾਹਰੀ ਅਸੰਤੁਲਿਤ ਬਲ ਦੀ ਜ਼ਰੂਰਤ ਹੁੰਦੀ ਹੈ, ਪਰੰਤੂ ਇੱਕ ਸਮਾਨ ਗਤੀ ਵਿੱਚ ਰਹਿਣ ਲਈ ਕਿਸੇ ਬਾਹਰੀ ਬਲ ਦੀ ਜ਼ਰੂਰਤ ਨਹੀਂ ਹੁੰਦੀ। ਪ੍ਰਸਿੱਧ ਵਿਗਿਆਨੀ ਨਿਊਟਨ ਨੇ ਬਲ ਅਤੇ ਗਤੀ ਬਾਰੇ ਗੈਲੀਲੀਓ ਦੇ ਵਿਚਾਰਾਂ ਦਾ ਅੱਗੇ ਅਧਿਐਨ ਕੀਤਾ। ਨਿਊਟਨ ਨੇ 3 ਬੁਨਿਆਦੀ ਸਿਧਾਂਤ ਪੇਸ਼ ਕੀਤੇ ਜੋ ਕਿਸੇ ਵਸਤੂ ਦੀ ਗਤੀ ਦਾ ਵਰਣਨ ਕਰਦੇ ਹਨ। ਇਹਨਾਂ ਨਿਯਮਾਂ ਨੂੰ
ਨਿਊਟਨ ਦੇ ਗਤੀ ਦੇ ਨਿਯਮ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਗਤੀ ਦਾ ਪਹਿਲਾ ਨਿਯਮ। ਬੱਚਿਓ, ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਵੇਖਦੇ ਹਾਂ ਕਿ ਕਿਸੇ ਵਸਤੂ ਨੂੰ ਗਤੀ ਵਿੱਚ ਲਿਆਉਣ ਲਈ ਅਤੇ ਗਤੀ ਕਰਦੀ ਹੋਈ ਵਸਤੂ ਨੂੰ ਰੋਕਣ ਲਈ ਬਲ ਦੀ ਜ਼ਰੂਰਤ ਹੁੰਦੀ ਹੈ। ਬੱਚਿਓ, ਤੁਸੀਂ ਦੇਖਿਆ ਹੋਵੇਗਾ ਕਿ ਕਿਸੇ ਫੁੱਟਬਾਲ ਨੂੰ ਕਿੱਕ ਕਰਨ ਤੋਂ ਬਾਅਦ ਉਹ ਥੋੜੀ ਦੇਰ ਚੱਲ ਕੇ ਆਪਣੇ ਆਪ ਰੁਕ ਜਾਂਦੀ ਹੈ, ਪਰ ਬਾਲ ਨੂੰ ਉਦੋਂ ਤੱਕ ਚੱਲਣਾ ਚਾਹੀਦਾ ਹੈ ਜਦੋਂ ਤੱਕ ਉਸ ਨੂੰ ਰੋਕਣ ਲਈ ਕੋਈ ਬਾਹਰੀ ਬਲ ਨਹੀਂ ਲਗਾਇਆ ਜਾਂਦਾ। ਇਹ ਹੀ ਨਿਊਟਨ ਦਾ ਪਹਿਲਾ ਨਿਯਮ ਹੈ। ਹਰੇਕ ਵਸਤੂ ਆਪਣੀ ਆਰਾਮ ਅਵਸਥਾ ਵਿੱਚ ਜਾਂ ਸਰਲ ਰੇਖਾ ਵਿੱਚ ਇੱਕ ਸਮਾਨ ਗਤੀ ਦੀ ਅਵਸਥਾ ਵਿੱਚ ਬਣੀ ਰਹਿੰਦੀ ਹੈ ਜਦੋਂ ਤੱਕ ਕੋਈ ਬਾਹਰੀ ਬਲ ਉਸ ਦੀ ਉਸ ਅਵਸਥਾ ਨੂੰ ਬਦਲਣ ਵਿੱਚ ਕੰਮ ਨਹੀਂ ਕਰਦਾ। ਇਸ ਦਾ ਭਾਵ ਹੈ ਕਿ ਅਗਰ ਕੋਈ ਵਸਤੂ ਵਿਰਾਮ ਅਵਸਥਾ ਵਿੱਚ ਹੈ ਤਾਂ ਉਹ ਵਿਰਾਮ ਅਵਸਥਾ ਵਿੱਚ ਰਹਿਣ ਦੀ ਹੀ ਕੋਸ਼ਿਸ਼ ਕਰੇਗੀ, ਅਤੇ ਜੇਕਰ ਉਹ ਗਤੀ ਦੀ ਅਵਸਥਾ ਵਿੱਚ ਹੈ ਤਾਂ ਉਹ ਗਤੀਮਾਨ ਰਹਿਣ ਦੀ ਹੀ ਕੋਸ਼ਿਸ਼ ਕਰੇਗੀ। ਵਸਤੂਆਂ ਦੇ ਇਸ ਗੁਣ ਨੂੰ ਜੜਤਾ ਕਿਹਾ ਜਾਂਦਾ ਹੈ। ਇਹੀ ਕਾਰਨ ਹੈ ਕਿ ਗਤੀ ਦੇ ਪਹਿਲੇ ਨਿਯਮ ਨੂੰ ਜੜਤਾ ਦਾ ਨਿਯਮ ਵੀ ਕਹਿੰਦੇ ਹਨ। ਜੜਤਾ ਨੂੰ 3 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ: ਵਿਰਾਮ ਜੜਤਾ, ਗਤੀ ਜੜਤਾ, ਦਿਸ਼ਾ ਜੜਤਾ। ਕਿਸੇ ਬੱਸ ਵਿੱਚ ਯਾਤਰਾ ਕਰਨ ਸਮੇਂ ਹੋਣ ਵਾਲੇ ਅਨੁਭਵਾਂ ਦੀ ਵਿਆਖਿਆ ਜੜਤਾ ਦੇ ਨਿਯਮ ਦੁਆਰਾ ਕੀਤੀ ਜਾ ਸਕਦੀ ਹੈ। ਜਦੋਂ ਕੋਈ ਖੜੀ ਬੱਸ ਅਚਾਨਕ ਚੱਲਦੀ ਹੈ ਤਾਂ ਉਸ ਵਿੱਚ ਖੜਾ ਯਾਤਰੀ ਪਿਛਲੇ ਪਾਸੇ ਵੱਲ ਡਿੱਗਦਾ ਹੈ। ਅਜਿਹਾ ਕਿਉਂ ਹੁੰਦਾ ਹੈ? ਇਹ ਵਿਰਾਮ ਅਵਸਥਾ ਦੀ ਜੜਤਾ ਕਾਰਨ ਹੁੰਦਾ ਹੈ। ਯਾਤਰੀ ਬੱਸ ਦੇ ਨਾਲ ਹੀ ਆਰਾਮ ਅਵਸਥਾ ਵਿੱਚ ਹੁੰਦਾ ਹੈ, ਪਰ ਜਦੋਂ ਬੱਸ ਦੇ ਅਚਾਨਕ ਗਤੀ ਵਿੱਚ ਆ ਜਾਣ ਨਾਲ ਯਾਤਰੀ ਦੇ ਸਰੀਰ ਦਾ ਨੀਚੇ ਵਾਲਾ ਹਿੱਸਾ, ਜੋ ਬੱਸ ਦੇ ਫਰਸ਼ ਦੇ ਸੰਪਰਕ ਵਿੱਚ ਹੈ, ਬੱਸ ਦੇ ਨਾਲ ਹੀ ਗਤੀ ਵਿੱਚ ਆ ਜਾਂਦਾ ਹੈ, ਪਰ ਸਰੀਰ ਦੇ ਉੱਪਰਲੇ ਹਿੱਸੇ ਨੂੰ ਜੜਤਾ ਕਾਰਨ ਗਤੀ ਦਾ ਵਿਰੋਧ ਕਰਨਾ ਹੈ। ਇਸ ਦਾ ਭਾਵ ਹੈ ਕਿ ਕਿਸੇ ਵਸਤੂ ਦਾ ਵਿਰਾਮ ਅਵਸਥਾ ਵਿੱਚ ਰਹਿਣ ਦੀ ਕੋਸ਼ਿਸ਼ ਕਰਨਾ ਹੀ ਵਿਰਾਮ ਅਵਸਥਾ ਦੀ ਜੜਤਾ ਅਖਵਾਉਂਦਾ ਹੈ। ਬੱਚਿਓ, ਜਦੋਂ ਕੋਈ ਤੇਜ਼ ਚੱਲਦੀ ਹੋਈ ਬੱਸ ਅਚਾਨਕ ਦਿਸ਼ਾ ਬਦਲ ਕੇ ਸੱਜੇ ਪਾਸੇ ਵੱਲ ਮੁੜਦੀ ਹੈ ਤਾਂ ਇਸ ਦੇ ਯਾਤਰੀ ਖੱਬੇ ਪਾਸੇ ਨੂੰ ਝੁਕਦੇ ਹਨ। ਇਸ ਦਾ ਭਾਵ ਹੈ ਕਿ ਦਿਸ਼ਾ ਦੀ ਜੜਤਾ ਕਿਸੇ ਵਸਤੂ ਨੂੰ ਉਸ ਦੀ ਦਿਸ਼ਾ ਬਦਲਣ ਤੋਂ ਰੋਕਦੀ ਹੈ। ਬੱਚਿਓ, ਜਦੋਂ ਕੋਈ ਚੱਲਦੀ ਹੋਈ ਬੱਸ ਅਚਾਨਕ ਬ੍ਰੇਕ ਲਗਾਉਂਦੀ ਹੈ ਤਾਂ ਯਾਤਰੀ ਅਗਲੇ ਪਾਸੇ ਨੂੰ ਡਿੱਗਦੇ ਹਨ, ਕਿਉਂਕਿ ਸਾਡਾ ਸਰੀਰ ਜੜਤਾ ਦੇ ਕਾਰਨ ਬੱਸ ਦੇ ਨਾਲ ਹੀ ਗਤੀ ਦੀ ਅਵਸਥਾ ਵਿੱਚ ਬਣੇ ਰਹਿਣ ਦਾ ਸੁਭਾਅ ਰੱਖਦਾ ਹੈ। ਪਰੰਤੂ ਅਚਾਨਕ ਬ੍ਰੇਕ ਲੱਗਣ ਤੇ ਬੱਸ ਅਤੇ ਸਰੀਰ ਦਾ ਹੇਠਲਾ ਭਾਗ ਵਿਰਾਮ ਅਵਸਥਾ ਵਿੱਚ ਆ ਜਾਂਦੇ ਹਨ, ਜਦਕਿ ਉੱਪਰਲਾ ਭਾਗ ਗਤੀ ਵਿੱਚ ਰਹਿਣ ਦੀ ਕੋਸ਼ਿਸ਼ ਕਰਦਾ ਹੈ। ਇਸ ਨੂੰ ਗਤੀ ਦੀ ਜੜਤਾ ਕਿਹਾ ਜਾਂਦਾ ਹੈ। ਇਸ ਲਈ ਬੱਚਿਓ, ਨਿਊਟਨ ਦੇ ਪਹਿਲੇ ਨਿਯਮ ਨੂੰ ਜੜਤਾ ਦੇ ਨਿਯਮ ਨਾਲ ਮਿਲਾ ਕੇ ਸਮਝਿਆ ਜਾ ਸਕਦਾ ਹੈ। ਆਓ ਬੱਚਿਓ, ਹੁਣ ਜੜਤਾ ਨੂੰ ਸਮਝਣ ਲਈ ਕੁਝ ਕਿਰਿਆਵਾਂ ਕਰੀਏ। ਕੈਰਮ ਦੀ ਗੀਟੀਆਂ ਨੂੰ ਇੱਕ ਦੇ ਉੱਤੇ ਇੱਕ ਰੱਖ ਕੇ ਢੇਰੀ ਬਣਾਓ। ਇੱਕ ਹੋਰ ਗੀਟੀ ਜਾਂ ਸਟ੍ਰਾਈਕਰ ਨੂੰ ਢੇਰੀ ਦੀ ਸਭ ਤੋਂ ਥੱਲੇ ਦੀ ਗੀਟੀ ਨਾਲ ਬੜੀ ਤੇਜ਼ੀ ਨਾਲ ਸਮਤਲ ਰੂਪ ਵਿੱਚ ਟਕਰਾਓ। ਜੇ ਤੁਸੀਂ ਗੀਟੀ ਨੂੰ ਲੋੜੀਂਦੀ ਤੇਜ਼ੀ ਨਾਲ ਟਕਰਾਉਂਦੇ ਹੋ ਤਾਂ ਤੁਸੀਂ ਦੇਖੋਗੇ ਕਿ ਕੇਵਲ ਥੱਲੇ ਵਾਲੀ ਗੀਟੀ ਹੀ ਛੇਤੀ ਨਾਲ ਢੇਰੀ ਤੋਂ ਬਾਹਰ ਆਉਂਦੀ ਹੈ। ਥੱਲੇ ਵਾਲੀ ਗੀਟੀ ਦੇ ਬਾਹਰ ਆ ਜਾਣ ਤੋਂ ਬਾਅਦ ਹੋਰ ਗੀਟੀਆਂ ਆਪਣੀ ਜੜਤਾ ਦੇ ਕਾਰਨ ਖੜੇ ਰੂਪ ਵਿੱਚ ਥੱਲੇ ਨੂੰ ਡਿੱਗ ਜਾਂਦੀਆਂ ਹਨ। ਕੱਚ ਦੇ ਇੱਕ ਖਾਲੀ ਗਲਾਸ ਦੇ ਉੱਪਰ ਇੱਕ ਸਖਤ ਗੱਤੇ ਦਾ ਟੁਕੜਾ ਰੱਖੋ। ਗਲਾਸ ਮੇਜ਼ ਦੇ ਉੱਪਰ ਅਤੇ ਗੱਤੇ ਦੇ ਟੁਕੜੇ ਉੱਪਰ 5 ਰੁਪਏ ਦਾ ਇੱਕ ਸਿੱਕਾ ਰੱਖੋ।
ਗੱਤੇ ਦੇ ਟੁਕੜੇ ਨੂੰ ਉਂਗਲੀ ਨਾਲ ਤੇਜ਼ ਗਤੀ ਨਾਲ ਸਿੱਧੀ ਲੇਟਵੀਂ ਦਿਸ਼ਾ ਵਿੱਚ ਤੇਜ਼ ਝਟਕ ਦਿਓ। ਤੁਸੀਂ ਤੇਜ਼ੀ ਨਾਲ ਕਰਨ ਤੇ ਦੇਖੋਗੇ ਕਿ ਗੱਤਾ ਅੱਗੇ ਨੂੰ ਖਿਸਕ ਜਾਂਦਾ ਹੈ ਅਤੇ ਸਿੱਕਾ ਆਪਣੀ ਜੜਤਾ ਕਾਰਨ ਥੱਲੇ ਵੱਲ ਸਿੱਧਾ ਗਲਾਸ ਵਿੱਚ ਜਾ ਕੇ ਡਿੱਗਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਗੱਤੇ ਦੇ ਟੁਕੜੇ ਦੇ ਹਟਣ ਤੋਂ ਬਾਅਦ ਵੀ ਸਿੱਕਾ ਆਪਣੀ ਵਿਰਾਮ ਅਵਸਥਾ ਬਣਾਏ ਰੱਖਣਾ ਚਾਹੁੰਦਾ ਹੈ। ਸੋ ਬੱਚਿਓ, ਇਸ ਤੋਂ ਪਤਾ ਚੱਲਦਾ ਹੈ ਕਿ ਹਰੇਕ ਵਸਤੂ ਉਦੋਂ ਤੱਕ ਆਪਣੀ ਵਿਰਾਮ ਅਵਸਥਾ ਵਿੱਚ ਰਹੇਗੀ ਜਦੋਂ ਤੱਕ ਕਿ ਉਸ ਤੇ ਕੋਈ ਅਸੰਤੁਲਿਤ ਬਲ ਨਾ ਲੱਗਿਆ ਹੋਵੇ। ਟੇਬਲ ਟੈਨਿਸ ਦੇ ਖੇਡ ਦੇ ਦੌਰਾਨ ਜੇਕਰ ਗੇਂਦ ਕਿਸੇ ਖਿਡਾਰੀ ਦੇ ਸਰੀਰ ਨਾਲ ਟਕਰਾਉਂਦੀ ਹੈ ਤਾਂ ਉਹ ਜ਼ਖਮੀ ਨਹੀਂ ਹੁੰਦਾ। ਦੂਜੇ ਪਾਸੇ ਇੱਕ ਤੇਜ਼ ਗਤੀ ਨਾਲ ਆਉਂਦੀ ਕ੍ਰਿਕਟ ਦੀ ਗੇਂਦ ਕਿਸੇ ਦਰਸ਼ਕ ਨੂੰ ਲੱਗਣ ਤੋਂ ਬਾਅਦ ਉਸ ਨੂੰ ਚੋਟ ਪਹੁੰਚਾ ਸਕਦੀ ਹੈ। ਇੱਕ ਵਿਰਾਮ ਅਵਸਥਾ ਵਿੱਚ ਸੜਕ ਦੇ ਕਿਨਾਰੇ ਖੜੇ ਟਰੱਕ ਤੋਂ ਕੋਈ ਦੁਰਘਟਨਾ ਨਹੀਂ ਹੁੰਦੀ, ਪਰੰਤੂ ਘੱਟ ਗਤੀ ਨਾਲ ਚੱਲਦਾ ਹੋਇਆ ਟਰੱਕ ਆਪਣੇ ਰਸਤੇ ਵਿੱਚ ਖੜੇ ਵਿਅਕਤੀ ਦੀ ਮੌਤ ਦਾ ਕਾਰਨ ਬਣ ਸਕਦਾ ਹੈ। ਇੱਕ ਛੋਟਾ ਜਿਹਾ ਪੁੰਜ ਜਿਵੇਂ ਕਿ ਗੋਲੀ ਨੂੰ ਜੇਕਰ ਬੰਦੂਕ ਤੋਂ ਤੇਜ਼ ਗਤੀ ਨਾਲ ਛੱਡਿਆ ਜਾਵੇ ਤਾਂ ਉਹ ਵੀ ਕਿਸੇ ਵਿਅਕਤੀ ਦੀ ਮੌਤ ਦਾ ਕਾਰਨ ਬਣ ਸਕਦੀ ਹੈ। ਇਹ ਵਸਤੂ ਦੁਆਰਾ ਉਤਪੰਨ ਟੱਕਰ ਦੇ ਪ੍ਰਭਾਵ ਵਸਤੂ ਦੇ ਪੁੰਜ ਅਤੇ ਵੇਗ ਤੇ ਨਿਰਭਰ ਕਰਦਾ ਹੈ। ਇਸ ਤਰ੍ਹਾਂ ਜੇਕਰ ਕਿਸੇ ਵਸਤੂ ਨੂੰ ਪ੍ਰਵੇਗਿਤ ਕੀਤਾ ਜਾਂਦਾ ਹੈ ਤਾਂ ਜ਼ਿਆਦਾ ਵੇਗ ਪ੍ਰਾਪਤ ਕਰਨ ਲਈ ਜ਼ਿਆਦਾ ਬਲ ਦੀ ਲੋੜ ਹੁੰਦੀ ਹੈ। ਮਹੱਤਵਪੂਰਨ ਰਾਸ਼ੀ ਵਸਤੂ ਦੇ ਪੁੰਜ ਅਤੇ ਵੇਗ ਨਾਲ ਸੰਬੰਧ ਹੋਣੀ ਰੱਖਦੀ ਹੈ। ਸੰਵੇਗ ਨਾਂ ਦੀ ਇਸ ਰਾਸ਼ੀ ਨੂੰ ਨਿਊਟਨ ਨੇ ਪੇਸ਼ ਕੀਤਾ ਸੀ। ਕਿਸੇ ਵਸਤੂ ਦਾ ਸੰਵੇਗ ਉਸ ਦੇ ਪੁੰਜ m ਅਤੇ ਵੇਗ v ਦੇ ਗੁਣਨਫਲ ਨਾਲ ਪਰਿਭਾਸ਼ਿਤ ਕੀਤਾ ਜਾਂਦਾ ਹੈ। ਸੰਵੇਗ ਬਰਾਬਰ ਪੁੰਜ ਗੁਣਾ ਵੇਗ, p ਬਰਾਬਰ m ਗੁਣਾ v। ਸੰਵੇਗ ਦੇ ਪਰਿਮਾਣ ਅਤੇ ਦਿਸ਼ਾ ਦੋਨੋਂ ਹੀ ਹੁੰਦੇ ਹਨ। ਇਸ ਦੀ ਦਿਸ਼ਾ ਉਹੀ ਹੁੰਦੀ ਹੈ ਜੋ ਵੇਗ v ਦੀ ਹੁੰਦੀ ਹੈ। ਸੰਵੇਗ ਦਾ SI ਮਾਤਰਕ ਕਿਲੋਗ੍ਰਾਮ ਮੀਟਰ ਪ੍ਰਤੀ ਸੈਕਿੰਡ ਹੁੰਦਾ ਹੈ। ਇੱਕ ਇਹੋ ਜਿਹੀ ਅਵਸਥਾ ਬਾਰੇ ਵਿਚਾਰ ਕਰੋ ਜਿਸ ਵਿੱਚ ਖਰਾਬ ਬੈਟਰੀ ਵਾਲੀ ਇੱਕ ਕਾਰ ਨੂੰ ਸਿੱਧੀ ਸੜਕ ਤੇ ਗਤੀ ਵਿੱਚ ਲਿਆਉਣ ਲਈ ਧੱਕਾ ਦਿੱਤਾ ਜਾਂਦਾ ਹੈ, ਜੋ ਕਿ ਉਸ ਦੇ ਇੰਜਨ ਨੂੰ ਸਟਾਰਟ ਕਰਨ ਲਈ ਕਾਫੀ ਹੈ। ਕੁਝ ਸਮੇਂ ਤੱਕ ਲਗਾਤਾਰ ਧੱਕਾ ਦੇਣ ਦੇ ਨਤੀਜੇ ਵਜੋਂ ਕਾਰ ਇਸ ਗਤੀ ਨਾਲ ਹੌਲੀ-ਹੌਲੀ ਪ੍ਰਵੇਗਿਤ ਹੋ ਜਾਂਦੀ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਕਾਰ ਦੇ ਸੰਵੇਗ ਵਿੱਚ ਪਰਿਵਰਤਨ ਕੇਵਲ ਬਲ ਦੀ ਮਾਤਰਾ ਤੋਂ ਹੀ ਨਹੀਂ ਹੁੰਦਾ, ਪਰੰਤੂ ਉਸ ਸਮੇਂ ਤੋਂ ਵੀ ਹੁੰਦਾ ਹੈ ਜਿਸ ਸਮੇਂ ਵਿੱਚ ਬਲ ਲਗਾਇਆ ਗਿਆ। ਗਤੀ ਦਾ ਦੂਜਾ ਨਿਯਮ ਇਹ ਬਿਆਨ ਕਰਦਾ ਹੈ ਕਿ ਕਿਸੇ ਵਸਤੂ ਦੇ ਸੰਵੇਗ ਵਿੱਚ ਪਰਿਵਰਤਨ ਦੀ ਦਰ ਉਸ ਉੱਤੇ ਲਗਾਏ ਗਏ ਬਾਹਰੀ ਅਸੰਤੁਲਿਤ ਬਲ ਦੀ ਦਿਸ਼ਾ ਦੇ ਸਮਾਨ ਅਨੁਪਾਤੀ ਹੁੰਦੀ ਹੈ। ਆਓ ਬੱਚਿਓ, ਹੁਣ ਦੇਖੀਏ ਕਿ ਗਤੀ ਦੇ ਦੂਜੇ ਨਿਯਮ ਦਾ ਗਣਿਤ ਅਨੁਸਾਰ ਸੂਤਰੀਕਰਨ ਕਿਵੇਂ ਕੀਤਾ ਜਾਂਦਾ ਹੈ। m ਪੁੰਜ ਦੀ ਕੋਈ ਵਸਤੂ ਮੁੱਢਲੇ ਵੇਗ u ਨਾਲ ਸਰਲ ਰੇਖੀ ਪਥ ਤੇ ਚੱਲ ਰਹੀ ਹੈ। t ਸਮੇਂ ਤੱਕ ਇੱਕ ਨਿਸ਼ਚਿਤ ਬਲ F ਲਗਾਉਣ ਤੇ ਉਸ ਵਸਤੂ ਦਾ ਵੇਗ v ਹੋ ਜਾਂਦਾ ਹੈ। ਉਸ ਵਸਤੂ ਦਾ ਮੁੱਢਲਾ ਅਤੇ ਅੰਤਿਮ ਵੇਗ ਕ੍ਰਮਵਾਰ p1 ਬਰਾਬਰ mu ਅਤੇ p2 ਬਰਾਬਰ mv ਹੋਵੇਗਾ। ਸੰਵੇਗ ਵਿੱਚ ਪਰਿਵਰਤਨ ਨੂੰ ਅਸੀਂ p2 p1 ਰਾਹੀਂ ਦਰਸਾ ਸਕਦੇ ਹਾਂ। ਭਾਵ ਸਾਡੇ ਕੋਲ ਸੰਵੇਗ ਵਿੱਚ ਪਰਿਵਰਤਨ mv u ਆ ਜਾਂਦਾ ਹੈ ਅਤੇ ਸੰਵੇਗ ਵਿੱਚ ਪਰਿਵਰਤਨ ਦੀ ਦਰ ਨੂੰ ਅਸੀਂ mv u ਬਟਾ t ਨਾਲ ਦਰਸਾ ਸਕਦੇ ਹਾਂ। ਇਸੇ ਨੂੰ ਹੀ ਲਗਾਇਆ ਗਿਆ ਬਲ F ਵੀ ਕਿਹਾ ਜਾਂਦਾ ਹੈ। ਭਾਵ F ਬਰਾਬਰ mv u ਬਟਾ t।
v ਮਾਈਨਸ u ਬਟਾ t ਨੂੰ a ਨਾਲ ਭਾਵ ਪ੍ਰਵੇਗ ਨਾਲ ਦਰਸਾਇਆ ਜਾ ਸਕਦਾ ਹੈ। a ਵੇਗ ਵਿੱਚ ਪਰਿਵਰਤਨ ਦੀ ਦਰ ਭਾਵ ਪ੍ਰਵੇਗ ਹੈ। ਪੁੰਜ ਦਾ ਅਤੇ ਪ੍ਰਵੇਗ ਦਾ SI ਮਾਤਰਕ ਕ੍ਰਮਵਾਰ ਕਿਲੋਗ੍ਰਾਮ ਅਤੇ ਮੀਟਰ ਪ੍ਰਤੀ ਸੈਕਿੰਡ ਦੀ ਪਾਵਰ 2 ਹੈ। ਇਕਾਈ ਬਲ ਦਾ ਮਾਤਰਕ ਉਹ ਮਾਤਰਾ ਹੁੰਦੀ ਹੈ ਜੋ ਕਿ 1 ਕਿਲੋਗ੍ਰਾਮ ਪੁੰਜ ਵਾਲੀ ਵਸਤੂ ਵਿੱਚ 1 ਮੀਟਰ ਪ੍ਰਤੀ ਸੈਕਿੰਡ ਦੀ ਪਾਵਰ 2 ਦਾ ਪ੍ਰਵੇਗ ਪੈਦਾ ਕਰਦੀ ਹੈ। ਇਸ ਤਰ੍ਹਾਂ ਅਸੀਂ ਗਤੀ ਦੇ ਦੂਜੇ ਨਿਯਮ ਦਾ ਸੂਤਰ F ਬਰਾਬਰ ma ਪ੍ਰਾਪਤ ਕਰਦੇ ਹਾਂ। ਬਲ ਦਾ ਮਾਤਰਕ ਕਿਲੋਗ੍ਰਾਮ ਮੀਟਰ ਪ੍ਰਤੀ ਸੈਕਿੰਡ ਦੀ ਪਾਵਰ 2 ਹੈ, ਜਿਸ ਨੂੰ ਨਿਊਟਨ ਵੀ ਕਿਹਾ ਜਾਂਦਾ ਹੈ ਅਤੇ ਨਿਊਟਨ ਦਾ ਸੰਕੇਤ N ਹੁੰਦਾ ਹੈ। ਗਤੀ ਦੇ ਤੀਜੇ ਨਿਯਮ ਅਨੁਸਾਰ ਜਦੋਂ ਇੱਕ ਵਸਤੂ ਦੂਜੀ ਵਸਤੂ ਤੇ ਬਲ ਲਗਾਉਂਦੀ ਹੈ ਤਾਂ ਦੂਜੀ ਵਸਤੂ ਵੀ ਉਸੇ ਸਮੇਂ ਪਹਿਲੀ ਵਸਤੂ ਤੇ ਬਲ ਲਗਾਉਂਦੀ ਹੈ। ਇਹ ਦੋਨੋਂ ਬਲ ਮਾਤਰਾ ਵਿੱਚ ਹਮੇਸ਼ਾ ਬਰਾਬਰ ਪਰ ਦਿਸ਼ਾ ਵਿੱਚ ਉਲਟ ਹੁੰਦੇ ਹਨ। ਇਹ ਬਲ ਦੋ ਵੱਖ-ਵੱਖ ਵਸਤੂਆਂ ਤੇ ਲੱਗਦੇ ਹਨ, ਕਦੇ ਵੀ ਇੱਕੋ ਵਸਤੂ ਤੇ ਨਹੀਂ ਲੱਗਦੇ। ਇੱਕ ਬੱਚਾ ਫੁੱਟਬਾਲ ਨੂੰ ਦੀਵਾਰ ਤੇ 10 ਨਿਊਟਨ ਬਲ ਨਾਲ ਕਿੱਕ ਮਾਰਦਾ ਹੈ ਤਾਂ ਦੀਵਾਰ ਵਾਪਸ ਫੁੱਟਬਾਲ ਉੱਤੇ 10 ਨਿਊਟਨ ਬਲ ਲਗਾਉਂਦੀ ਹੈ, ਪਰ ਦੋਨਾਂ ਦੇ ਬਲ ਲਗਾਉਣ ਦੀ ਦਿਸ਼ਾ ਉਲਟ ਹੈ। ਇਸੇ ਤਰ੍ਹਾਂ ਜੇਕਰ ਇੱਕ ਆਦਮੀ ਦੀਵਾਰ ਤੇ 100 ਨਿਊਟਨ ਬਲ ਲਗਾਉਂਦਾ ਹੈ ਤਾਂ ਦੀਵਾਰ ਵੀ ਆਦਮੀ ਤੇ 100 ਨਿਊਟਨ ਦਾ ਬਲ ਲਗਾਏਗੀ, ਪਰ ਉਲਟ ਦਿਸ਼ਾ ਵਿੱਚ। ਇਹਨਾਂ ਦੋਨੋਂ ਵਿਰੋਧੀ ਬਲਾਂ ਨੂੰ ਕਿਰਿਆ ਅਤੇ ਪ੍ਰਤੀਕਿਰਿਆ ਬਲ ਕਿਹਾ ਜਾਂਦਾ ਹੈ। ਦੋ ਕਮਾਨੀਦਾਰ ਤੁਲਾ ਇੱਕ ਦੂਜੇ ਨਾਲ ਜੁੜੀਆਂ ਹਨ। ਤੁਲਾ B ਦਾ ਸਥਿਰ ਸਿਰਾ ਦੀਵਾਰ ਨਾਲ ਜੁੜਿਆ ਹੋਇਆ ਹੈ। ਜਦੋਂ ਤੁਲਾ A ਦੇ ਮੁਕਤ ਸਿਰੇ ਤੇ ਬਲ ਲਗਾਇਆ ਜਾਂਦਾ ਹੈ ਤਾਂ ਅਸੀਂ ਦੇਖਦੇ ਹਾਂ ਕਿ ਦੋਵੇਂ ਤੁਲਾਵਾਂ ਇੱਕੋ ਜਿਹਾ ਮਾਨ ਵਿਖਾਉਂਦੀਆਂ ਹਨ, ਭਾਵ ਤੁਲਾ A ਦੇ ਦੁਆਰਾ ਤੁਲਾ B ਦੇ ਦੁਆਰਾ ਲਗਾਇਆ ਗਿਆ ਬਲ ਅਤੇ ਤੁਲਾ B ਦੁਆਰਾ ਤੁਲਾ A ਤੇ ਲਗਾਏ ਗਏ ਬਲ ਦੀ ਮਾਤਰਾ ਸਮਾਨ ਹੈ, ਪਰੰਤੂ ਇਹਨਾਂ ਦੋਨੇ ਬਲਾਂ ਦੀ ਦਿਸ਼ਾ ਉਲਟ ਹੈ। ਬਲ ਜਿਹੜਾ ਕਿ A ਤੁਲਾ ਦੁਆਰਾ B ਤੁਲਾ ਤੇ ਲਗਾਇਆ ਜਾਂਦਾ ਹੈ ਉਸ ਨੂੰ ਕਿਰਿਆ ਕਹਿੰਦੇ ਹਨ, ਅਤੇ ਜਿਹੜਾ ਤੁਲਾ B ਦੁਆਰਾ ਤੁਲਾ A ਤੇ ਲਗਾਇਆ ਜਾਂਦਾ ਹੈ ਉਸ ਨੂੰ ਪ੍ਰਤੀਕਿਰਿਆ ਕਹਿੰਦੇ ਹਨ। ਕਿਰਿਆ ਅਤੇ ਪ੍ਰਤੀਕਿਰਿਆ ਹਮੇਸ਼ਾ ਦੋ ਵੱਖ-ਵੱਖ ਵਸਤੂਆਂ ਤੇ ਕੰਮ ਕਰਦੀਆਂ ਹਨ। ਮੰਨ ਲਓ ਤੁਸੀਂ ਵਿਰਾਮ ਅਵਸਥਾ ਵਿੱਚ ਹੋ ਅਤੇ ਸੜਕ ਤੇ ਚੱਲਣਾ ਸ਼ੁਰੂ ਕਰ ਦਿੰਦੇ ਹੋ। ਕੀ ਇਹ ਮਾਸਪੇਸ਼ੀਆਂ ਦਾ ਬਲ ਹੈ ਜੋ ਕਿ ਅਸੀਂ ਸੜਕ ਤੇ ਲਗਾਉਂਦੇ ਹਾਂ? ਨਹੀਂ, ਤੁਸੀਂ ਸੜਕ ਨੂੰ ਪਿੱਛੇ ਵੱਲ ਨੂੰ ਧੱਕਾ ਮਾਰਦੇ ਹੋ। ਸੜਕ ਬਰਾਬਰ ਅਤੇ ਉਲਟ ਪ੍ਰਤੀਕਿਰਿਆ ਬਲ ਤੁਹਾਡੇ ਪੈਰਾਂ ਤੇ ਲੱਗਦਾ ਹੈ, ਜਿਸ ਕਾਰਨ ਤੁਸੀਂ ਅੱਗੇ ਵੱਲ ਗਤੀ ਕਰਦੇ ਹੋ। ਇਸੇ ਤਰ੍ਹਾਂ ਬੰਦੂਕ ਦੁਆਰਾ ਗੋਲੀ ਛੱਡਣ ਦੀ ਅਵਸਥਾ ਵਿੱਚ ਬੰਦੂਕ ਦੁਆਰਾ ਗੋਲੀ ਤੋਂ ਅੱਗੇ ਵੱਲ ਨੂੰ ਇੱਕ ਬਲ ਲੱਗਦਾ ਹੈ। ਗੋਲੀ ਵੀ ਬੰਦੂਕ ਤੇ ਇੱਕ ਸਮਾਨ ਪਰੰਤੂ ਉਲਟ ਦਿਸ਼ਾ ਵਿੱਚ ਬਲ ਲਗਾਉਂਦੀ ਹੈ। ਇਸ ਦੇ ਨਤੀਜੇ ਵਜੋਂ ਬੰਦੂਕ ਤੇ ਪਿੱਛੇ ਵੱਲ ਨੂੰ ਧੱਕਾ ਲੱਗਦਾ ਹੈ, ਕਿਉਂਕਿ ਬੰਦੂਕ ਦਾ ਪੁੰਜ ਗੋਲੀ ਨਾਲੋਂ ਜ਼ਿਆਦਾ ਹੈ। ਬੰਦੂਕ ਵਿੱਚ ਪੈਦਾ ਹੋਇਆ ਪ੍ਰਵੇਗ ਗੋਲੀ ਨਾਲੋਂ ਬਹੁਤ ਘੱਟ ਹੁੰਦਾ ਹੈ। ਗਤੀ ਦੇ ਤੀਜੇ ਨਿਯਮ ਨੂੰ ਮਲਾਹ ਦੁਆਰਾ ਕਿਸ਼ਤੀ ਤੋਂ ਅੱਗੇ ਵੱਲ ਕੁੱਦ ਕੇ ਬਾਹਰ ਆਉਣ ਦੀ ਸਥਿਤੀ ਦੁਆਰਾ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ। ਮਲਾਹ ਅੱਗੇ ਵੱਲ ਨੂੰ ਛਲਾਂਗ ਲਗਾਉਂਦਾ ਹੈ ਅਤੇ ਕਿਸ਼ਤੀ ਤੇ ਲੱਗਣ ਵਾਲਾ ਪ੍ਰਤੀਕਿਰਿਆ ਬਲ ਕਿਸ਼ਤੀ ਨੂੰ ਪਿੱਛੇ ਵੱਲ ਨੂੰ ਧੱਕਾ ਮਾਰਦਾ ਹੈ। ਮੰਨ ਲਓ ਦੋ ਵਸਤੂਆਂ A ਅਤੇ B ਜਿਨ੍ਹਾਂ ਦਾ ਪੁੰਜ MA ਅਤੇ MB ਹੈ, ਇੱਕੋ ਹੀ ਸਰਲ ਰੇਖਾ ਵਿੱਚ ਵੱਖ-ਵੱਖ ਵੇਗਾਂ ਨਾਲ
ਕ੍ਰਮਵਾਰ UA ਅਤੇ UB ਨਾਲ ਗਤੀ ਕਰ ਰਹੀਆਂ ਹਨ। ਉਹਨਾਂ ਉੱਪਰ ਕੋਈ ਹੋਰ ਅਸੰਤੁਲਿਤ ਬਲ ਕਾਰਜ ਨਹੀਂ ਕਰ ਰਿਹਾ। ਮੰਨ ਲਓ UA UB ਤੋਂ ਜ਼ਿਆਦਾ ਹੈ ਅਤੇ ਦੋਨੋਂ ਗੇਂਦਾਂ ਦਿਖਾਏ ਅਨੁਸਾਰ ਆਪਸ ਵਿੱਚ ਟਕਰਾਉਂਦੀਆਂ ਹਨ। ਟਕਰਾਉਣ ਦਾ ਸਮਾਂ T ਹੈ। ਗੇਂਦ A ਗੇਂਦ B ਤੇ FAB ਬਲ ਲਗਾਉਂਦੀ ਹੈ ਅਤੇ ਗੇਂਦ B FBA ਬਲ ਗੇਂਦ A ਤੇ ਲਗਾਉਂਦੀ ਹੈ। ਟਕਰਾਉਣ ਤੋਂ ਬਾਅਦ ਗੇਂਦ A ਦਾ ਵੇਗ VA ਅਤੇ ਗੇਂਦ B ਦਾ ਵੇਗ VB ਹੈ। ਅਤੇ ਟਕਰਾਉਣ ਸਮੇਂ ਗੇਂਦ A ਦੇ ਸੰਵੇਗ ਵਿੱਚ ਪਰਿਵਰਤਨ ਦੀ ਦਰ ਜਾਂ ਕਹਿ ਲਓ FAB ਕਿਰਿਆ MA VA UA ਬਟਾ T ਦੇ ਬਰਾਬਰ ਹੋਵੇਗੀ ਅਤੇ ਟਕਰਾਉਣ ਸਮੇਂ ਗੇਂਦ B ਦੇ ਸੰਵੇਗ ਵਿੱਚ ਪਰਿਵਰਤਨ ਦੀ ਦਰ ਭਾਵ FBA MB VB UB ਬਟਾ T ਦੇ ਬਰਾਬਰ ਹੋਵੇਗਾ। ਗਤੀ ਦੇ ਤੀਜੇ ਨਿਯਮ ਅਨੁਸਾਰ ਗੇਂਦ A ਦੁਆਰਾ ਗੇਂਦ B ਤੇ ਲਗਾਇਆ ਗਿਆ ਬਲ FAB ਅਤੇ ਗੇਂਦ B ਦੁਆਰਾ ਗੇਂਦ A ਤੇ ਲਗਾਇਆ ਗਿਆ ਬਲ FBA ਇੱਕ ਦੂਜੇ ਦੇ ਬਰਾਬਰ ਅਤੇ ਉਲਟ ਹੋਣਗੇ ਜਾਂ MA VA UA ਬਟਾ T ਬਰਾਬਰ MB VB UB ਬਟਾ T। ਇਸ ਲਈ ਸਾਨੂੰ ਇਹ ਸਮੀਕਰਨ ਅੰਤ ਵਿੱਚ ਪ੍ਰਾਪਤ ਹੁੰਦਾ ਹੈ। ਟਕਰਾਉਣ ਤੋਂ ਪਹਿਲਾਂ ਦੋਨੋਂ ਗੇਂਦਾਂ A ਅਤੇ B ਦਾ ਕੁੱਲ ਸੰਵੇਗ ਅਤੇ ਟਕਰਾਉਣ ਤੋਂ ਬਾਅਦ ਕੁੱਲ ਸੰਵੇਗ ਬਰਾਬਰ ਹੈ। ਇਸ ਤਰ੍ਹਾਂ ਦੇ ਆਦਰਸ਼ ਟਕਰਾਉਣ ਪ੍ਰਯੋਗ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਦੋ ਵਸਤੂਆਂ ਦੇ ਟਕਰਾਉਣ ਤੋਂ ਪਹਿਲਾਂ ਕੁੱਲ ਸੰਵੇਗ ਦਾ ਜੋੜ ਅਤੇ ਦੋ ਵਸਤੂਆਂ ਦਾ ਟਕਰਾਉਣ ਤੋਂ ਬਾਅਦ ਕੁੱਲ ਸੰਵੇਗ ਦਾ ਜੋੜ ਬਰਾਬਰ ਹੁੰਦਾ ਹੈ ਜੇਕਰ ਉਹਨਾਂ ਤੇ ਕੋਈ ਅਸੰਤੁਲਿਤ ਬਲ ਕਾਰਜ ਨਾ ਕਰ ਰਿਹਾ ਹੋਵੇ। ਇਸੇ ਨੂੰ ਸੰਵੇਗ ਦਾ ਸੁਰੱਖਿਅਨ ਨਿਯਮ ਕਿਹਾ ਜਾਂਦਾ ਹੈ।